ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਨਵੀਆਂ ਆਉਣ ਵਾਲੀਆਂ ਔਰਤਾਂ ਤੇ ਲੜਕੀਆਂ ਦੀ ਮਦਦ ਦੇ ਲਈ ਨਵਾਂ ਐਲਾਨ। ਖਬਰਾਂ ਵਿੱਚ ਦੇਖੋ ਪੂਰੀ ਜਾਣਕਾਰੀ। ਇੰਟਰਨੈਸ਼ਨਲ ਟਰੈਵਲ ਕਰਨ ਦੇ ਲਈ ਕੈਨੇਡਾ ਵਾਸੀਆਂ ਵਾਸਤੇ ਨਵਾਂ ਐਲਾਨ। ਦੱਸਾਂਗੇ ਵੈਕਸੀਨ ਪਾਸਪੋਰਟ ਦੇ ਬਾਰੇ ਅੱਜ ਕੈਨੇਡਾ ਸਰਕਾਰ ਨੇ ਕੀ ਕੁਝ ਦੱਸਿਆ। ਪ੍ਰਿੰਸ ਐਡਵਰਡ ਆਈਲੈਂਡ ਵਾਸੀਆਂ ਦੇ ਲਈ ਮਦਦ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਨਿਵੇਸ਼ ਦਾ ਦਾਅਵਾ। ਖਬਰਾਂ ਵਿੱਚ ਜਾਣੋ ਕਿਵੇਂ ਦਵਾਈਆਂ ਦੇ ਲਈ ਮਿਲੇਗੀ ਵਸਨੀਕਾਂ ਨੂੰ ਸਹੂਲਤ। ਵਿਨੀਪੈਗ ਵਿੱਚ ਸਿਟੀ ਨੇ ਕਿਹੜੇ ਬੈਨ ਨੂੰ ਅੱਜ ਤੋਂ ਹਟਾ ਦਿੱਤਾ ਹੈ। ਖਬਰਾਂ ਵਿੱਚ ਦੱਸਾਂਗੇ। ਵੈਨਕੂਵਰ ਐਕੁਆਰੀਅਮ ਨੂੰ ਸੈਲਾਨੀਆਂ ਦੇ ਲਈ ਮੁੜ ਤੋਂ ਖੋਲ੍ਹਣ ਦਾ ਕਰ ਦਿੱਤਾ ਗਿਆ ਐਲਾਨ। ਦੱਸਾਂਗੇ ਕਦੋਂ ਜਾ ਸਕਦੇ ਹੋ। ਟਰਾਂਸ ਕੈਨੇਡਾ ਹਾਈਵੇ ਦੇ ਉੱਤੇ ਅੱਜ ਭਿਆਨਕ ਹਾਦਸਾ, 2 ਮੌਤਾਂ 3 ਜ਼ਖਮੀ। ਇਸ ਤਰ੍ਹਾਂ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਸਰਕਾਰ ਨੇ ਤਾਜ਼ਾ 2 ਐਲਾਨ ਕੀਤੇ ਨੇ। ਸਭ ਤੋਂ ਪਹਿਲਾਂ ਜਿਹੜਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਦੇ ਬਾਰੇ ਦੱਸਾਂਗੇ, ਜਿਸ ਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਵਿੱਚ ਨਵੇਂ ਪ੍ਰਵਾਸੀ ਆਉਂਦੇ ਨੇ ਉਹਨਾਂ ਦੇ ਵਾਸਤੇ ਨਵੀਆਂ ਸਹੂਲਤਾਂ ਤੇ ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰ ਸਕਣ ਕੈਨੇਡਾ ਦੇ ਵਿੱਚ। ਤਾਂ ਇਸ ਦੌਰਾਨ ਜਿੰਨੀਆਂ ਵੀ ਔਰਤਾਂ ਤੇ ਲੜਕੀਆਂ ਨੇ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਨਸਲੀ ਪੱਧਰ ਦੇ ਉੱਤੇ ਵੀ ਹੋਵੇ, ਚਾਹੇ ਉਹ ਕੰਮ ਨੂੰ ਲੱਭਣ ਨੂੰ ਲੈ ਕੇ ਜਾਂ ਕੰਮ ਦੇ ਉੱਤੇ ਜਾਣ ਨੂੰ ਲੈ ਕੇ, ਕਿ ਕੰਮ ਦੇ ਉੱਤੇ ਤਨਖਾਹ ਉਹਨਾਂ ਨੂੰ ਘੱਟ ਮਿਲ ਰਹੀ ਹੋਵੇ, ਵੱਖੋ ਵੱਖਰੇ ਪੱਧਰ ਦੇ ਉੱਤੇ ਉਹਨਾਂ ਦੀ ਮਦਦ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਕਿਸ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਉਸ ਦੇ ਬਾਰੇ ਦੱਸਾਂਗੇ। ਕੈਨੇਡਾ ਵਿੱਚ ਜੋ ਨਵੇਂ ਪ੍ਰਵਾਸੀ ਆਉਂਦੇ ਨੇ, ਆ ਕੇ ਇੱਥੇ PR ਲੈਂਦੇ ਨੇ, ਉਹਨਾਂ ਦੀ ਮਦਦ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਤਹਿਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ ਸਕਣ। ਪਰ ਇਸੇ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਤਾਜ਼ਾ ਐਲਾਨ ਕੀਤਾ ਗਿਆ ਉਹਨਾਂ ਦੇ ਵਾਸਤੇ ਜਿਹੜੀਆਂ ਔਰਤਾਂ ਤੇ ਲੜਕੀਆਂ ਕੈਨੇਡਾ ਦੇ ਵਿੱਚ ਨਵੀਆਂ ਆਉਂਦੀਆਂ ਨੇ, ਜਿਸ ਮੌਕੇ ਕਈ ਵਾਰ ਉਹਨਾਂ ਨੂੰ ਨਸਲੀ ਤੌਰ ਦੇ ਉੱਤੇ ਜਾਂ ਫਿਰ ਔਰਤ ਹੋਣ ਤੇ ਹੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਨੌਕਰੀ ਲੱਭਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਨੌਕਰੀ ਮਿਲ ਵੀ ਜਾਵੇ ਤਾਂ ਕਈਆਂ ਨੂੰ ਬਰਾਬਰ ਪੁਰਸ਼ਾਂ ਦੀ ਤਨਖਾਹ ਨਹੀਂ ਮਿਲਦੀ ਤੇ ਇਸ ਦੇ ਨਾਲ ਹੀ ਘਰ ਦੇ ਕੰਮਕਾਜ ਤੇ ਬੱਚਿਆਂ ਨੂੰ ਸੰਭਾਲਣ ਸਮੇਤ ਕਿਸ ਤਰ੍ਹਾਂ ਉਹ ਆਪਣੇ ਕੰਮ ਦੇ ਉੱਤੇ ਵੀ ਧਿਆਨ ਦੇ ਸਕਦੀਆਂ ਨੇ, ਜੋ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰਨਾ ਚਾਹੁੰਦੀਆਂ ਨੇ। ਇਸ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਤਾਜ਼ਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 11 ਅਜਿਹੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਦੇ ਨਾਲ ਰੇਸ਼ੀਅਲਾਈਜ਼ਡ ਨਿਊਕਮਰ ਵਿਮਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ $2.1 ਮਿਲੀਅਨ ਤੱਕ ਕੈਨੇਡਾ ਸਰਕਾਰ ਦੇ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ। ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਦੇ ਉੱਤੇ ਕੰਮ ਸਾਲ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ੁਰੂਆਤ ਦੇ ਵਿੱਚ 21 ਵੱਖੋ ਵੱਖਰੇ ਪ੍ਰੋਜੈਕਟ ਇਹਨਾਂ ਦੇ ਉੱਤੇ ਕੰਮ ਕੀਤਾ ਗਿਆ ਸੀ ਤਾਂ ਕਿ ਨਵੀਆਂ ਆਉਣ ਵਾਲੀਆਂ ਔਰਤਾਂ ਨੂੰ ਕੰਮ ਦੇ ਵਿੱਚ ਤੇ ਉਹਨਾਂ ਦੇ ਸਕਿੱਲ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਤੇ ਹੋਰ ਸਹੂਲਤਾਂ ਦੇਣ ਦੇ ਵਿੱਚ ਮਦਦ ਕੀਤੀ ਜਾ ਸਕੇ। ਤੇ ਇਸ ਦੇ ਨਾਲ ਹੀ ਇਸ ਮਦਦ ਨੂੰ ਹੁਣ ਹੋਰ 11 ਪ੍ਰੋਜੈਕਟ ਨਵੇਂ ਲਿਆ ਕੇ ਵਧਾਇਆ ਜਾ ਰਿਹਾ ਹੈ, ਜਿਸ ਦੇ ਬਾਰੇ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਨੇ ਜੋ ਬਜਟ 2021 ਦੇ ਵਿੱਚ ਐਲਾਨ ਕੀਤਾ ਸੀ ਕਿ ਰੇਸ਼ੀਅਲਾਈਜ਼ਡ ਨਿਊਕਮਰ ਵੂਮਨ ਪਾਇਲਟ ਇਨੀਸ਼ੀਏਟਿਵ ਦੇ ਵਾਸਤੇ $15 ਮਿਲੀਅਨ ਤੱਕ ਦੀ ਮਦਦ ਦਿੱਤੀ ਜਾਵੇਗੀ, ਤੇ ਜੋ ਅੱਜ ਤਾਜ਼ਾ ਐਲਾਨ ਕੀਤਾ ਗਿਆ ਹੈ ਇਹ ਉਸੇ ਦਾ ਹਿੱਸਾ ਹੈ, ਜਿਸ ਦੇ ਵਿੱਚ ਔਰਤਾਂ ਨੂੰ ਨਵੇਂ ਮੌਕੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹ ਜਿਹੜੇ ਵੀ ਕੰਮ ਦੇ ਵਿੱਚ ਅੱਗੇ ਵਧਣਾ ਚਾਹੁੰਦੀਆਂ ਨੇ ਉਸ ਦੇ ਵਾਸਤੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਉਹਨਾਂ ਦੇ ਆਪਣੇ ਆਪ ਤੇ ਭਰੋਸੇ ਨੂੰ ਵਧਾਉਣ ਦੇ ਵਿੱਚ ਵੀ ਇਹਨਾਂ ਪ੍ਰੋਜੈਕਟਾਂ ਦੇ ਤਹਿਤ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਹੁਣ ਤੱਕ ਜਿਹੜੇ ਕੈਨੇਡਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਜਲਦ ਉਹ ਵੈਕਸੀਨ ਪਾਸਪੋਰਟ ਦਾ ਐਲਾਨ ਕਰਨਗੇ, ਤਾਂ ਅੱਜ ਉਹ ਐਲਾਨ ਕਰ ਦਿੱਤਾ ਗਿਆ। ਜਿੰਨੇ ਵੀ ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਟਰੈਵਲ ਕਰਨਗੇ, ਕੈਨੇਡਾ ਦੇ ਵਿੱਚੋਂ ਜਾਣ ਵਾਲੇ ਤੇ ਵਾਪਸ ਆਉਣ ਵਾਲਿਆਂ ਦੇ ਵਾਸਤੇ ਇਹ ਮਦਦਗਾਰ ਸਾਬਤ ਹੋਵੇਗਾ, ਇਹ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਗਿਆ। ਤੇ ਨਾਲ ਹੀ ਵੈਕਸੀਨ ਪਾਸਪੋਰਟ ਦੇ ਬਾਰੇ ਅੱਜ ਕੈਨੇਡਾ ਸਰਕਾਰ ਨੇ ਕੀ ਜਾਣਕਾਰੀ ਦਿੱਤੀ ਉਹ ਤੁਹਾਨੂੰ ਹੁਣ ਦੱਸਦੇ ਹਾਂ। ਕੈਨੇਡਾ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇੰਟਰਨੈਸ਼ਨਲ ਟਰੈਵਲ ਦੇ ਵਾਸਤੇ ਕੈਨੇਡਾ ਵਿੱਚ ਵੈਕਸੀਨ ਪਾਸਪੋਰਟ ਜਲਦੀ ਆ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਟਰੈਵਲ ਦੇ ਵਾਸਤੇ ਸੁਰੱਖਿਅਤ ਤਰੀਕੇ ਦੇ ਨਾਲ ਸਬੂਤ ਕੈਨੇਡਾ ਵਾਸੀਆਂ ਦੇ ਕੋਲ ਹੋਵੇਗਾ ਕਿ ਉਹਨਾਂ ਦੇ ਟੀਕੇ ਲੱਗੇ ਹੋਏ ਨੇ, ਜਿਸ ਦੇ ਵਾਸਤੇ ਕੈਨੇਡਾ ਸਰਕਾਰ ਸੂਬਿਆਂ ਤੇ ਟੈਰੀਟਰੀਜ਼ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਦੌਰਾਨ ਜੋ ਇਹ ਵੈਕਸੀਨ ਪਾਸਪੋਰਟ ਹੋਵੇਗਾ ਉਸ ਦੇ ਵਿੱਚ ਸਾਰੀ ਜਾਣਕਾਰੀ ਹੋਵੇਗੀ ਕਿ ਟੀਕੇ ਕਦੋਂ ਲੱਗੇ ਨੇ, ਕਿਹੜੀ ਥਾਂ ਦੇ ਉੱਤੇ ਲੱਗੇ ਨੇ, ਕਿਹੜੀ ਤਰੀਕ ਨੂੰ ਤੇ ਕਿਹੜੀ ਕੰਪਨੀ ਦਾ ਟੀਕਾ ਲੱਗਿਆ ਹੈ, ਜਿਸ ਤੋਂ ਬਾਅਦ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ ਉਹਨਾਂ ਦੇ ਵਾਸਤੇ ਉਹ ਸਬੂਤ ਹੋਵੇਗਾ
ਜੋ ਕਿ ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ PR ਤੇ ਨਾਲ ਹੀ ਜਿੰਨੇ ਵੀ ਪ੍ਰਵਾਸੀ ਕੈਨੇਡਾ ਵਿੱਚ ਰਹਿੰਦੇ ਨੇ ਤੇ ਕੈਨੇਡਾ ਵਿੱਚ ਉਹਨਾਂ ਨੇ ਟੀਕੇ ਲਗਵਾਏ ਨੇ, ਉਹਨਾਂ ਦੇ ਵਾਸਤੇ ਇਹ ਵੈਕਸੀਨ ਪਾਸਪੋਰਟ ਦਿੱਤੇ ਜਾਣਗੇ, ਜਿਸ ਲਈ ਕਿਹਾ ਗਿਆ ਹੈ ਕਿ ਫਾਲ ਦੀ ਸ਼ੁਰੂਆਤ ਦੇ ਵਿੱਚ ਹੀ ਇਸ ਦੇ ਬਾਰੇ ਹੋਰ ਜ਼ਿਆਦਾ ਵਿਸਥਾਰ ਵਿੱਚ ਜਾਣਕਾਰੀ ਦੇ ਦਿੱਤੀ ਜਾਵੇਗੀ ਤੇ ਪਾਸਪੋਰਟ ਲਿਆਂਦੇ ਜਾਣਗੇ। ਵੈਕਸੀਨ ਪਾਸਪੋਰਟ ਦੇ ਉੱਤੇ ਕੰਮ ਕੀਤੇ ਜਾਣ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਕਈ ਵਾਰ ਕਹਿ ਚੁੱਕੇ ਨੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹੋ ਕਿਹਾ ਜਾ ਰਿਹਾ ਸੀ ਕਿ ਸੂਬਿਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਹੁਣ ਵੈਕਸੀਨ ਪਾਸਪੋਰਟ ਨੂੰ ਜਾਰੀ ਕੀਤੇ ਜਾਣ ਦੇ ਵਾਸਤੇ ਤਿਆਰੀ ਪੂਰੀ ਹੋ ਗਈ ਹੈ, ਪਰ ਫਿਲਹਾਲ ਇਹ ਜਾਰੀ ਨਹੀਂ ਕੀਤਾ ਗਿਆ। ਇਸ ਦੇ ਬਾਰੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਤਾਜ਼ਾ ਐਲਾਨ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੇ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਸਫ਼ਰ ਕਰਨਾ ਤੇ ਵਾਪਸ ਕੈਨੇਡਾ ਵਿੱਚ ਆਉਣਾ ਸੁਖਾਲਾ ਹੋ ਜਾਵੇ, ਇਸੇ ਵਾਸਤੇ ਇਹ ਕਦਮ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੂੰ ਇੱਕ ਵੈਕਸੀਨ ਪਾਸਪੋਰਟ ਦੇ ਦਿੱਤਾ ਜਾਵੇਗਾ, ਜਿਸ ਦੇ ਵਿੱਚ ਇਹ ਵੀ ਹੈ ਕਿ ਜੇਕਰ ਉਸ ਨੂੰ ਸਕੈਨ ਕਰਕੇ ਇਹ ਜਾਣਕਾਰੀ ਲੈ ਲਈ ਜਾਂਦੀ ਹੈ ਕਿ ਉਹਨਾਂ ਦੇ ਟੀਕੇ ਲੱਗੇ ਹੋਏ ਨੇ ਜਾਂ ਨਹੀਂ, ਤਾਂ ਇਸ ਦੇ ਵਾਸਤੇ ਉਹਨਾਂ ਦੇ ਵਾਸਤੇ ਵੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਿਵੇਂ ਫੋਨ ਦੀ ਵਰਤੋਂ ਨਾ ਕਰਦੇ ਹੋਣ ਤੇ ਉਹ ਤਕਨੀਕ ਨੂੰ ਨਹੀਂ ਸਮਝਦੇ, ਤਾਂ ਉਹਨਾਂ ਦੇ ਵਾਸਤੇ ਵੀ ਇਹ ਵੈਕਸੀਨ ਪਾਸਪੋਰਟ ਕੁਝ ਇਸ ਤਰ੍ਹਾਂ ਹੋਣਗੇ ਕਿ ਸੁਖਾਲੇ ਤਰੀਕੇ ਦੇ ਨਾਲ ਉਹ ਉਹਨਾਂ ਵੈਕਸੀਨ ਪਾਸਪੋਰਟਸ ਦੀ ਵਰਤੋਂ ਕਰ ਸਕਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕਿਸੇ ਐਪਲੀਕੇਸ਼ਨ ਦੇ ਰੂਪ ਵਿੱਚ ਜਾਂ ਫਿਰ ਕਿਸੇ ਕਾਰਡ ਦੇ ਰੂਪ ਵਿੱਚ ਆਉਂਦੇ ਨੇ, ਜਿਸ ਦੇ ਬਾਰੇ ਹਜੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਵੇਂ ਹੀ ਇਸ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਸਾਂਝਾ ਕੀਤਾ ਗਿਆ ਕਿ ਸਿਹਤ ਮੰਤਰੀ ਪੈਟੀ ਹਾਜਟੂ ਨੇ ਐਲਾਨ ਕੀਤਾ ਹੈ। ਇਸ ਐਲਾਨ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੇ ਵਾਸਤੇ ਕੀਤਾ ਗਿਆ, ਜਿੱਥੋਂ ਦੇ ਵਸਨੀਕਾਂ ਦੀ ਦਵਾਈਆਂ ਦੇ ਸੰਬੰਧੀ ਮਦਦ ਦੇ ਵਾਸਤੇ ਫੈਡਰਲ ਸਰਕਾਰ ਦੇ ਵੱਲੋਂ ਨਿਵੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਇੱਕ ਪ੍ਰੋਗਰਾਮ ਦੇ ਤਹਿਤ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ 4 ਸਾਲ ਦੌਰਾਨ $35 ਮਿਲੀਅਨ ਦੀ ਮਦਦ ਫੈਡਰਲ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਜਿਹੜੇ ਵਸਨੀਕ ਨੇ ਉਹਨਾਂ ਦੇ ਵਾਸਤੇ ਜਿਹੜੀਆਂ ਉਹ ਦਵਾਈਆਂ ਲੈ ਰਹੇ ਨੇ, ਉਸ ਦੇ ਵਿੱਚ ਕੁਝ ਦਵਾਈਆਂ ਨੂੰ ਸਸਤਾ ਕਰਨ ਤੇ ਨਾਲ ਹੀ ਉਹ ਸੂਚੀ ਜਿਸ ਦੇ ਵਿੱਚ ਵੱਖੋ ਵੱਖਰੇ ਪਲਾਨ ਨੇ ਉਹਨਾਂ ਦੇ ਅਧੀਨ ਜਿਹੜੀਆਂ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਕਿ ਮੁਫਤ ਦੇ ਵਿੱਚ ਮਰੀਜ਼ਾਂ ਨੂੰ ਮਿਲਦੀਆਂ ਨੇ, ਤੇ ਉਸ ਸੂਚੀ ਨੂੰ ਵੱਡਾ ਕੀਤਾ ਜਾਵੇਗਾ ਕਿ ਹੋਰ ਕੁਝ ਦਵਾਈਆਂ ਉਸ ਸੂਚੀ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਮੁਫਤ ਮਿਲ ਸਕਣਗੀਆਂ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੈਨੇਡਾ ਸਰਕਾਰ ਨੇ ਇਹ ਜ਼ਿਕਰ ਕੀਤਾ ਕਿ ਕਿਸੇ ਨੂੰ ਵੀ ਆਪਣੇ ਭੋਜਨ ਜਾਂ ਦਵਾਈਆਂ ਦੇ ਵਿੱਚੋਂ ਕਿਸੇ ਇੱਕ ਨੂੰ ਨਾ ਚੁਣਨਾ ਪਵੇ। ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਕੋਵਿਡ-19 ਦੇ ਦੌਰਾਨ ਇਹ ਹੋਇਆ ਕਿ ਕਈ ਲੋਕਾਂ ਦੇ ਵੱਲੋਂ ਜਿਹੜੀ ਦਵਾਈ ਡਾਕਟਰ ਦੇ ਵੱਲੋਂ ਉਹਨਾਂ ਨੂੰ ਲੈਣ ਦੇ ਵਾਸਤੇ ਕਹੀ ਗਈ ਸੀ, ਉਹ ਉਸ ਨੂੰ ਖਰੀਦ ਨਹੀਂ ਸਕੇ ਕਿਉਂਕਿ ਪੈਸਿਆਂ ਦੀ ਕਮੀ ਸੀ। ਅਜਿਹਾ ਨਾ ਹੋਵੇ, ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਦੇ ਵੱਲੋਂ ਕੁਝ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੈ ਫਾਰਮਾ ਕੇਅਰ ਨੂੰ ਲੈ ਕੇ, ਜਿਸ ਦੇ ਬਾਰੇ ਅਧਿਕਾਰੀਆਂ ਨੇ ਅੱਜ ਜਾਣਕਾਰੀ ਦਿੱਤੀ। ਅਗਲੀ ਖਬਰ ਵਿਨੀਪੈਗ ਵਾਸੀਆਂ ਦੇ ਵਾਸਤੇ ਹੈ। ਅੱਜ ਹੀ ਯਾਨੀ ਕਿ ਬੁੱਧਵਾਰ ਨੂੰ ਹੀ ਸ਼ਾਮ ਦੇ 6 ਵਜੇ ਸਿਟੀ ਦੇ ਵਿੱਚ ਅੱਗ ਦੇ ਉੱਤੇ ਲੱਗਿਆ ਬੈਨ ਹਟਾ ਦਿੱਤਾ ਗਿਆ ਹੈ। ਵਿਨੀਪੈਗ ਵਾਸੀਆਂ ਦੇ ਵਾਸਤੇ 14 ਜੁਲਾਈ ਨੂੰ ਐਲਾਨ ਕੀਤਾ ਗਿਆ ਸੀ ਕਿ ਕਿਸੇ ਦੇ ਵੱਲੋਂ ਵੀ ਆਪਣੇ ਘਰ ਦੇ ਬਾਹਰ ਜਿਵੇਂ ਕਿ ਬੈਕਯਾਰਡ ਦੇ ਵਿੱਚ ਜਿਵੇਂ ਬਾਰਬੀਕਿਊ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਪਾਰਕ ਵਿੱਚ, ਤਾਂ ਉਸ ਦੇ ਵਾਸਤੇ ਬੈਨ ਲਗਾ ਦਿੱਤਾ ਗਿਆ ਸੀ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਰਕੇ ਅੱਗ ਲੱਗਣ ਦਾ ਖਤਰਾ ਜ਼ਿਆਦਾ ਵਧਣ ਦੇ ਕਰਕੇ ਉਸ ਮੌਕੇ ਇਹ ਬੈਨ ਲਗਾਇਆ ਗਿਆ, ਜਿਸ ਬੈਨ ਨੂੰ ਹੁਣ ਹਟਾ ਦਿੱਤਾ ਗਿਆ ਹੈ, ਜਿਸ ਦੇ ਬਾਰੇ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਇਹ ਹੈ ਕਿ ਫਾਇਰ ਪਿਟ ਤੇ ਚਾਰਕੋਲ ਦੇ ਵਾਸਤੇ ਜਾਂ ਫਿਰ ਬਾਰਬੀਕਿਊ ਜੇਕਰ ਕਿਸੇ ਨੇ ਜਲਾਉਣਾ ਹੈ ਤਾਂ ਉਹ ਉਸ ਦੀ ਵਰਤੋਂ ਕਰ ਸਕਦੇ ਨੇ ਹੁਣ। ਤੇ ਵੀਕਐਂਡ ਵੀ ਆ ਰਿਹਾ ਹੈ ਤੇ ਵੀਕਐਂਡ ਦੇ ਦੌਰਾਨ ਹੁਣ ਆਪਣੇ ਪਰਿਵਾਰਾਂ ਦੇ ਨਾਲ ਵਿਨੀਪੈਗ ਵਾਸੀ ਬਾਰਬੀਕਿਊ ਦਾ ਮਜ਼ਾ ਲੈ ਸਕਦੇ ਨੇ, ਪਰ ਇਸ ਮੌਕੇ ਆਪਣੀ ਤੇ ਆਪਣਿਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਵੈਨਕੂਵਰ ਦੇ ਵਿੱਚ ਸੈਲਾਨੀਆਂ ਦੇ ਵਾਸਤੇ ਖਿੱਚ ਦਾ ਕੇਂਦਰ ਵੈਨਕੂਵਰ ਐਕੁਏਰੀਅਮ, ਜਿਸ ਨੂੰ ਕਿ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਦੇ ਬਾਰੇ ਹੁਣ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ। ਵੈਨਕੂਵਰ ਦੇ ਵਿੱਚ ਸੈਲਾਨੀਆਂ ਦੇ ਵਾਸਤੇ ਜੋ ਮੁੱਖ ਖਿੱਚ ਦੇ ਕੇਂਦਰ ਨੇ, ਉਹਨਾਂ ਵਿੱਚੋਂ ਇੱਕ ਵੈਨਕੂਵਰ ਐਕੁਏਰੀਅਮ ਆਖਿਰ ਮੁੜ ਤੋਂ ਖੁੱਲਣ ਜਾ ਰਿਹਾ ਹੈ। ਅਗਸਤ 16 ਦਿਨ ਸੋਮਵਾਰ ਨੂੰ ਇਹ ਐਕੁਏਰੀਅਮ ਮੁੜ ਤੋਂ ਖੁੱਲੇਗਾ। ਇਸ ਦੇ ਬਾਰੇ ਕੰਪਨੀ ਨੇ ਐਲਾਨ ਕੀਤਾ ਹੈ, ਜਿਸ ਦੇ ਵੱਲੋਂ ਇਸ ਨੂੰ ਖਰੀਦਿਆ ਗਿਆ। ਦਰਅਸਲ ਕੋਵਿਡ-19 ਦੇ ਦੌਰਾਨ ਵਿੱਤੀ ਪੱਧਰ ਤੇ ਕਾਫੀ ਨੁਕਸਾਨ ਹੋਣ ਤੋਂ ਬਾਅਦ ਇਸ ਐਕੁਏਰੀਅਮ ਨੂੰ ਬੰਦ ਕਰ ਦਿੱਤਾ ਗਿਆ ਸੀ ਪਿਛਲੇ ਸਾਲ ਸਤੰਬਰ ਮਹੀਨੇ, ਜਿਸ ਤੋਂ ਬਾਅਦ ਇਸ ਨੂੰ ਵੇਚ ਦਿੱਤਾ ਗਿਆ। ਅਪ੍ਰੈਲ ਮਹੀਨੇ ਇਸ ਨੂੰ US ਕੰਸੋਰਟੀਅਮ ਕੰਪਨੀ ਨੇ ਖਰੀਦਿਆ, ਜੋ ਕਿ ਓਸ਼ਨ ਵਾਈਜ਼ ਕੰਜ਼ਰਵੇਸ਼ਨ ਐਸੋਸੀਏਸ਼ਨ ਵੀ ਹੈ, ਜਿਨ੍ਹਾਂ ਦੇ ਵੱਲੋਂ ਥੀਮ ਪਾਰਕ ਡਾਲੀਵੁੱਡ ਨੂੰ ਵੀ ਚਲਾਇਆ ਜਾਂਦਾ ਹੈ ਤੇ ਨਾਲ ਹੀ ਹੋਰ ਵੀ ਸੈਲਾਨੀਆਂ ਦੇ ਵਾਸਤੇ ਬਣਾਈਆਂ ਜਾਂਦੀਆਂ ਥਾਵਾਂ ਨੂੰ ਇਹਨਾਂ ਦੇ ਵੱਲੋਂ ਚਲਾਇਆ ਜਾਂਦਾ ਹੈ। ਤੇ ਹੁਣ ਵੈਨਕੂਵਰ ਦਾ ਐਕੁਏਰੀਅਮ ਵੀ ਇਹਨਾਂ ਦੇ ਵੱਲੋਂ ਮੁੜ ਤੋਂ ਨਵੇਂ ਪੱਧਰ ਦੇ ਉੱਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਨਵੀਆਂ ਚੀਜ਼ਾਂ ਵੀ ਸੈਲਾਨੀਆਂ ਦੇ ਵਾਸਤੇ ਜੋੜੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ 4D ਥੀਏਟਰ ਇੱਕ ਹੈ, ਜਿਸ ਦਾ ਅਨੁਭਵ ਹੁਣ ਸੈਲਾਨੀ ਇਸ ਐਕੁਏਰੀਅਮ ਦੇ ਅੰਦਰ ਕਰ ਸਕਣਗੇ।
ਇਸ ਦੇ ਨਾਲ ਹੀ ਜਦੋਂ ਇਸ ਨੂੰ ਖੋਲ੍ਹਿਆ ਜਾ ਰਿਹਾ ਹੈ ਤਾਂ ਇਸ ਦੇ ਬਾਰੇ ਜਾਣਕਾਰੀ ਪਹਿਲਾਂ ਤੋਂ ਦਿੱਤੀ ਗਈ ਹੈ ਕਿ ਜਿਹੜੇ ਕਿ ਐਕੁਆਰੀਅਮ ਦੇ ਪਹਿਲਾਂ ਤੋਂ ਮੈਂਬਰ ਨੇ ਉਹਨਾਂ ਦੇ ਵਾਸਤੇ ਇਸ ਵੀਕਐਂਡ ਦੇ ਉੱਤੇ ਹੀ ਇਸ ਨੂੰ ਖੋਲ੍ਹਿਆ ਜਾ ਰਿਹਾ ਹੈ, ਅਗਸਤ 14 ਤੇ 15 ਨੂੰ, ਤੇ ਉਸ ਤੋਂ ਬਾਅਦ ਜਿਹੜੇ ਹੋਰ ਸੈਲਾਨੀ ਨੇ ਉਹ 16 ਤਰੀਕ ਤੋਂ ਇਸ ਐਕੁਆਰੀਅਮ ਦੇ ਵਿੱਚ ਆ ਸਕਦੇ ਨੇ। ਤਾਂ ਉਧਰ ਵੈਨਕੂਵਰ ਦੇ ਸਟੈਨਲੇ ਪਾਰਕ ਤੋਂ ਹੀ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਕਿਊਟੀ ਦੇ ਹਮਲੇ ਦਾ। ਇਸ ਵਾਰ 5 ਸਾਲ ਦੇ ਬੱਚੇ ਦੇ ਉੱਤੇ ਕਿਊਟੀ ਨੇ ਹਮਲਾ ਕਰ ਦਿੱਤਾ। ਵੈਨਕੂਵਰ ਦੇ ਸਟੈਨਲੇ ਪਾਰਕ ਵਿੱਚ ਕਿਊਟੀ ਨੇ ਇੱਕ ਬੱਚੇ ਦੇ ਉੱਤੇ ਹੁਣ ਹਮਲਾ ਕੀਤਾ ਹੈ। ਜੋ ਕਿ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਉਸ ਦੇ ਬਾਰੇ BCCOS ਯਾਨੀ ਕਿ BC ਕੰਜ਼ਰਵੇਸ਼ਨ ਆਫੀਸਰ ਸਰਵਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਰਿਵਾਰ ਪ੍ਰੋਸਪੈਕਟ ਪੁਆਇੰਟ ਦੇ ਉੱਤੇ ਮੰਗਲਵਾਰ ਦੀ ਰਾਤ ਨੂੰ 9:30 ਵਜੇ ਦੇ ਕਰੀਬ ਤੁਰ ਰਿਹਾ ਸੀ ਕਿ ਉਹਨਾਂ ਦਾ ਬੱਚਾ ਅੱਗੇ ਦੌੜ ਰਿਹਾ ਸੀ। ਤਾਂ ਇਸ ਮੌਕੇ ਇੱਕ ਕਿਊਟੀ ਆਈ ਜਿਸ ਨੇ ਉਸ ਬੱਚੇ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਸ ਦੀ ਲੱਤ ਦੇ ਉੱਤੇ ਦੰਦੀ ਵੱਢੀ। ਬੱਚੇ ਦੀ ਉਮਰ ਮਹਿਜ਼ 5 ਸਾਲ ਹੈ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ, ਜਿਸ ਨੂੰ ਕਿ ਹੁਣ ਘਰ ਵੀ ਲਿਆਂਦਾ ਜਾ ਚੁੱਕਿਆ ਹੈ। ਜਿਸ ਦੇ ਬਾਰੇ ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਕਾਫੀ ਚਿੰਤਾਜਨਕ ਨੇ ਇਹ ਮਾਮਲੇ ਕਿ ਸਟੈਨਲੇ ਪਾਰਕ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇੰਨੀ ਗਿਣਤੀ ਦੇ ਵਿੱਚ ਕਿਊਟੀਆਂ ਦੇ ਵੱਲੋਂ ਵਿਅਕਤੀਆਂ ਦੇ ਉੱਤੇ ਹਮਲਾ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਨੇ। ਇਹਨਾਂ 2 ਹਫ਼ਤਿਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ। ਜੁਲਾਈ ਦੇ ਮੱਧ ਵਿੱਚ BCCOS ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪਿਛਲੇ 8 ਮਹੀਨੇ ਦੇ ਵਿੱਚ ਸਟੈਨਲੇ ਪਾਰਕ ਦੇ ਅੰਦਰ 30 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਕਿਊਟੀ ਦੇ ਵੱਲੋਂ ਵਿਅਕਤੀਆਂ ਦੇ ਉੱਤੇ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ ਦੇ ਵਿੱਚ ਇੱਕ 2 ਸਾਲ ਦੀ ਬੱਚੀ ਵੀ ਸ਼ਾਮਲ ਸੀ, ਜਿਸ ਦੇ ਉੱਤੇ ਕਿਊਟੀ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਅਜਿਹੇ ਵਿੱਚ ਕਿਊਟੀਆਂ ਤੋਂ ਦੂਰ ਰਿਹਾ ਜਾਵੇ। ਜਦੋਂ ਤੁਸੀਂ ਪਾਰਕ ਵਿੱਚ ਜਾਂਦੇ ਹੋ, ਇਸ ਮੌਕੇ ਆਪਣਾ ਧਿਆਨ ਰੱਖਿਆ ਜਾਵੇ ਕਿ ਤੁਸੀਂ ਇੱਕ ਗਰੁੱਪ ਦੇ ਵਿੱਚ ਤੁਰੋ, ਇਕੱਠੇ ਹੋ ਕੇ ਤੁਰੋ। ਤੇ ਇਸ ਦੇ ਨਾਲ ਹੀ ਜੇਕਰ ਕਿਸੇ ਨੂੰ ਵੀ ਕਿਤੇ ਕੋਈ ਕਿਊਟੀ ਅਜਿਹੀ ਦਿਖਾਈ ਦਿੰਦੀ ਹੈ ਜੋ ਕਿ ਹਮਲਾਵਰ ਹੋ ਸਕਦੀ ਹੈ, ਤਾਂ ਤੁਰੰਤ BCCOS ਅਧਿਕਾਰੀਆਂ ਨੂੰ ਸੰਪਰਕ ਕੀਤਾ ਜਾਵੇ ਤੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਜਿਨ੍ਹਾਂ ਦੇ ਵੱਲੋਂ ਸਟੈਨਲੇ ਪਾਰਕ ਵਿੱਚ ਪੈਟਰੋਲਿੰਗ ਵੀ ਕੀਤੀ ਜਾਂਦੀ ਹੈ। ਜਿਨ੍ਹਾਂ ਨੂੰ ਜੇਕਰ ਕਿਊਟੀ ਦੇ ਬਾਰੇ ਕੋਈ ਰਿਪੋਰਟ ਦੇਣੀ ਹੈ ਤਾਂ 18779527277 ਦੇ ਉੱਤੇ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅਗਲੀ ਖਬਰ ਹੈ ਕਿ ਕੈਲਗਰੀ ਦੇ ਪੱਛਮ ਵੱਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਅੱਜ ਸਵੇਰੇ, ਜਿੱਥੇ ਕਿ ਕਈ ਵਾਹਨ ਆਪਸ ਦੇ ਵਿੱਚ ਟਕਰਾ ਗਏ। ਟਰਾਂਸ ਕੈਨੇਡਾ ਹਾਈਵੇ ਦੇ ਉੱਤੇ ਵਾਪਰੇ ਇਸ ਹਾਦਸੇ ਦੇ ਵਿੱਚ 2 ਮੌਤਾਂ ਹੋਈਆਂ ਨੇ। ਕੈਲਗਰੀ ਦੇ ਪੱਛਮ ਵੱਲ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਕਈ ਵਾਹਨ ਆਪਸ ਦੇ ਵਿੱਚ ਟਕਰਾ ਗਏ। ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਅੱਜ ਸਵੇਰੇ ਯਾਨੀ ਕਿ ਬੁੱਧਵਾਰ 11 ਅਗਸਤ ਦੀ ਸਵੇਰ ਨੂੰ 11:30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਟਰੱਕ, 2 ਵੈਨ ਤੇ ਇੱਕ ਕਾਰ, ਇਹ 4 ਵਾਹਨ ਆਪਸ ਦੇ ਵਿੱਚ ਟਕਰਾ ਗਏ। ਜਿਸ ਤੋਂ ਬਾਅਦ 2 ਵਿਅਕਤੀਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤੇ 3 ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜਿਸ ਦੇ ਬਾਰੇ RCMP ਨੇ 2:30 ਵਜੇ ਦੇ ਕਰੀਬ ਇਸ ਮਾਮਲੇ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਪਹਿਲਾਂ ਤਾਂ ਇੱਕ ਵੈਨ ਇੱਕ ਕਾਰ ਦੇ ਨਾਲ ਟਕਰਾਈ ਤੇ ਉਸ ਤੋਂ ਬਾਅਦ ਉਸ ਦੇ ਪਿੱਛੇ ਜੋ ਟਰੱਕ ਆ ਰਿਹਾ ਸੀ ਉਹ ਫਿਰ ਉਹਨਾਂ ਦੇ ਨਾਲ ਟਕਰਾ ਗਿਆ। ਉਸ ਟਰੱਕ ਦੇ ਪਿੱਛੇ ਇੱਕ ਹੋਰ ਵੈਨ ਸੀ, ਉਹ ਵੀ ਰੁਕ ਨਹੀਂ ਸਕੀ ਤੇ ਉਸ ਦੀ ਟੱਕਰ ਟਰੱਕ ਦੇ ਨਾਲ ਹੋ ਗਈ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ 2 ਵਿਅਕਤੀਆਂ ਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਹਜੇ ਨਹੀਂ ਦੱਸਿਆ ਕਿ ਕਿਹੜੇ ਵਾਹਨ ਦੇ ਡਰਾਈਵਰ ਜਾਂ ਫਿਰ ਉਸ ਦੇ ਵਿੱਚ ਬੈਠੇ ਯਾਤਰੀ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਜਾਂ ਫਿਰ ਜ਼ਖਮੀ ਹੋਏ ਨੇ, ਜਿਸ ਦੇ ਬਾਰੇ ਹਜੇ ਹੋਰ ਜਾਣਕਾਰੀ ਆਉਣੀ ਬਾਕੀ ਹੈ। ਪਰ ਇੱਥੇ ਇਹ ਜ਼ਰੂਰ ਕਿਹਾ ਗਿਆ ਕਿ ਜਿਹੜੇ 3 ਜਣੇ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਗੰਭੀਰ ਤਾਂ ਜ਼ਰੂਰ ਸੀ, ਪਰ ਖਤਰੇ ਤੋਂ ਬਾਹਰ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਕਈ ਘੰਟੇ ਤੱਕ ਹਾਈਵੇ ਨੂੰ ਬੰਦ ਵੀ ਰੱਖਿਆ ਗਿਆ ਜਾਂਚ ਦੇ ਵਾਸਤੇ। ਅਗਲੀ ਖਬਰ ਵੈਨਕੂਵਰ ਤੋਂ ਹੈ, ਜਿੱਥੇ ਕਿ ਸਿਟੀ ਦੇ ਵਿੱਚ ਹੇਸਟਿੰਗ ਸਟਰੀਟ ਦੇ ਕੋਲ ਜਿਨ੍ਹਾਂ ਦੇ ਵੱਲੋਂ ਫਲੈਗ ਦਿਖਾਇਆ ਜਾਂਦਾ ਜਦੋਂ ਕਿਤੇ ਕੰਮ ਚੱਲ ਰਿਹਾ ਹੋਵੇ, ਜਿਸ ਦੇ ਨਾਲ ਟ੍ਰੈਫਿਕ ਨੂੰ ਕਾਬੂ 'ਚ ਕੀਤਾ ਜਾਂਦਾ ਹੈ। ਉਹਨਾਂ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਕਿ ਫਲੈਗ ਦਿਖਾ ਰਹੀ ਸੀ ਟ੍ਰੈਫਿਕ ਨੂੰ ਕਾਬੂ ਵਿੱਚ ਕਰਨ ਦੇ ਵਾਸਤੇ, ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਉਹ ਇੱਕ ਕਮਰਸ਼ੀਅਲ ਵਾਹਨ ਸੀ। ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਉਹ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਅਧਿਕਾਰੀਆਂ ਦੇ ਵੱਲੋਂ ਜਦੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਮੌਕੇ ਖਾਸ ਤੌਰ ਦੇ ਉੱਤੇ ਡਰਾਈਵਰਸ ਨੂੰ ਕਿਹਾ ਗਿਆ ਜਿੱਥੇ ਕਿਤੇ ਵੀ ਕਿਤੇ ਕੰਸਟਰਕਸ਼ਨ ਦਾ ਕੰਮ ਹੋਵੇ ਜਾਂ ਫਿਰ ਕਿਤੇ ਦੂਰ ਤੋਂ ਹੀ ਦਿਖਾਈ ਦੇਵੇ ਕਿ ਕੋਈ ਕਾਮਾ ਝੰਡਾ ਦਿਖਾ ਰਿਹਾ ਹੈ ਜਿਸ ਦੇ ਵੱਲੋਂ ਟ੍ਰੈਫਿਕ ਦੇ ਉੱਤੇ ਕਾਬੂ ਕੀਤਾ ਜਾ ਰਿਹਾ ਹੈ, ਤਾਂ ਉਸ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਉੱਥੇ ਖਾਸ ਤੌਰ ਦੇ ਉੱਤੇ ਰਫ਼ਤਾਰ ਨੂੰ ਹੌਲੀ ਕੀਤਾ ਜਾਵੇ, ਕਿਉਂਕਿ ਜਿਨ੍ਹਾਂ ਦੇ ਵੱਲੋਂ ਕੰਮ ਕਰ ਰਹੇ ਕਾਮਿਆਂ ਦੇ ਨਾਲ ਕੁਝ ਇਸ ਤਰ੍ਹਾਂ ਲਾਪਰਵਾਹੀ ਦੇ ਨਾਲ ਗੱਡੀ ਚਲਾਉਂਦੇ ਹੋਏ ਟੱਕਰ ਮਾਰੀ ਜਾਂਦੀ ਹੈ, ਉਹਨਾਂ ਦੇ ਉੱਤੇ ਸਖਤ ਕਾਰਵਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ।
ਤੇ ਇਸ ਦੇ ਨਾਲ ਹੀ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਮੌਕੇ ਬੇਧਿਆਨੇ ਹੋ ਕੇ ਗੱਡੀ ਨਾ ਚਲਾਈ ਜਾਵੇ, ਅਧਿਕਾਰੀਆਂ ਨੇ ਕਿਹਾ। ਤੇ ਇਸ ਮਾਮਲੇ ਦੇ ਉੱਤੇ ਜੋ ਇਹ ਹਾਦਸਾ ਵਾਪਰਿਆ ਹੈ, ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਇਸ ਦੇ ਨਾਲ ਹੀ ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।